ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਾਰਪੋਰੇਟ ਅਦਾਰੇ ਅਤੇ ਸੇਬ ਉਤਪਾਦਕ। ਜੀ ਹਾਂ ਦੋਸਤੋ, ਜਿਵੇਂ ਕਿ ਆਪਣੇ ਸਭ ਦੇ ਧਿਆਨ ਦੇ ਵਿੱਚ ਹੀ ਹੈ, ਪਿਛਲੇ ਕੁਝ ਸਮੇਂ ਤੋਂ ਦੇਖੀਏ ਤਾਂ ਭਾਰਤ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣੇ ਜਿਹੜੇ ਨੇ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਹਾਵੀ ਹੁੰਦੇ ਜਾ ਰਹੇ ਨੇ। ਉਹ ਹਰ ਖੇਤਰ ਦੇ ਵਿੱਚ ਜਿਹੜਾ ਹੈਗਾ ਇੱਕ ਤੋਂ ਬਾਅਦ ਇੱਕ ਕਰਕੇ ਅੱਗੇ ਵੱਧਦੇ ਜਾ ਰਹੇ ਨੇ। ਤੇ ਹੁਣ ਜਿੱਥੇ ਉਹਨਾਂ ਵੱਲੋਂ ਪਹਿਲਾਂ ਖੇਤੀਬਾੜੀ ਦੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਉੱਥੇ ਹੀ ਹੁਣ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸੇਬ ਦੇ ਕਾਰੋਬਾਰ ਦੇ ਵਿੱਚ ਵੀ ਜਿਹੜਾ ਉਹ ਸ਼ਾਮਲ ਹੋ ਚੁੱਕੇ ਨੇ, ਜਿਸ ਦਾ ਹਿਮਾਚਲ ਪ੍ਰਦੇਸ਼ ਦੇ ਸੇਬ ਉਤਪਾਦਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲਗਾਤਾਰ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੀ ਹਾਂ ਦੋਸਤੋ, ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਹਿਮਾਚਲ ਪ੍ਰਦੇਸ਼, ਜਿੱਥੇ ਕਿ ਸੇਬ ਦੀ ਖੇਤੀ ਬਹੁਤ ਹੀ ਵੱਡੇ ਪੱਧਰ 'ਤੇ ਹੁੰਦੀ ਹੈ, ਉੱਥੇ ਜਿਹੜਾ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਸੇਬ ਦਾ ਕਾਰੋਬਾਰ ਹਰ ਸਾਲ ਹੁੰਦਾ ਹੈ। ਅਤੇ ਉੱਥੇ ਜਿਹੜਾ ਹੁਣ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਸ਼ਾਮਲ ਹੋ ਚੁੱਕੇ ਨੇ ਇਸ ਕਾਰੋਬਾਰ 'ਚ, ਜੋ ਕਿ ਸੀਜ਼ਨ ਦੇ ਵਿੱਚ ਕਿਸਾਨਾਂ ਤੋਂ ਬੜੇ ਸਸਤੇ ਭਾਅ 'ਤੇ ਸੇਬ ਖਰੀਦ ਲੈਂਦੇ ਨੇ ਅਤੇ ਜਿਹੜਾ ਉਸ ਨੂੰ ਬਾਅਦ ਦੇ ਵਿੱਚ ਮਹਿੰਗੇ ਭਾਅ 'ਤੇ ਵੇਚਦੇ ਨੇ। ਉਸ ਦਾ ਜਿਹੜਾ ਹੈਗਾ ਹਿਮਾਚਲ ਪ੍ਰਦੇਸ਼ ਦੇ ਸਾਰੇ ਕਿਸਾਨ ਜਿਹੜੇ ਨੇ, ਸੇਬ ਉਤਪਾਦਕ ਜਿਹੜੇ ਨੇ, ਉਹ ਵਿਰੋਧ ਕਰ ਰਹੇ ਨੇ, ਪ੍ਰਦਰਸ਼ਨ ਕਰ ਰਹੇ ਨੇ। ਅਤੇ ਉਹਨਾਂ ਦੀ ਇਹੀ ਮੰਗ ਹੈ ਵੀ ਕਿ ਇਹ ਜਿਹੜਾ ਕਿਸਾਨਾਂ ਦੀ ਆਮਦਨ ਦੇ ਵਿੱਚ ਵਾਧਾ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਜਿਹੜੇ ਹੋਰ ਕਈ ਤਰ੍ਹਾਂ ਦੀ ਜਿਹੜੀ ਦਿੱਕਤਾਂ ਆ ਰਹੀਆਂ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ। ਦੋਸਤੋ, ਇਸ ਦੇ ਨਾਲ ਹੀ ਕਿਸਾਨ ਜਿਹੜੇ ਨੇ ਹੋਰ ਵੀ ਜਿਹੜਾ ਕਈ ਮੰਗਾਂ ਨੂੰ ਲੈ ਕੇ, ਜਿਵੇਂ ਕਿ ਪਿਛਲੇ ਕੁ ਸਮੇਂ ਦੇ ਵਿੱਚ ਜਿਹੜਾ ਹੈਗਾ ਸੇਬ ਦੀ ਸੇਬ ਦੇ ਉੱਤੇ 6% GST ਲਗਾਇਆ ਗਿਆ, ਉਸ ਦਾ ਵੀ ਵਿਰੋਧ ਕਰ ਰਹੇ ਨੇ। ਅਤੇ ਇਸ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦਾ ਤਾਂ ਕਰ ਹੀ ਰਹੇ ਨੇ, ਅਤੇ ਕਿਸਾਨਾਂ ਨੇ ਐਲਾਨ ਵੀ ਕਰ ਦਿੱਤਾ ਵੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਜਿਹੜਾ ਇੱਕ ਕਾਰਪੋਰੇਟ ਅਦਾਰੇ ਦੇ ਜਿੰਨੇ ਕੋਲਡ ਸਟੋਰ ਨੇ ਜਿਹੜਾ ਹੈਗਾ ਉਸ ਦਾ ਘਿਰਾਓ ਕਰਨਗੇ, ਉਸ ਦੇ ਬਾਹਰ ਇਕੱਠੇ ਹੋ ਕੇ ਜਿਹੜਾ ਇੱਕ ਪ੍ਰਦਰਸ਼ਨ ਸ਼ੁਰੂ ਕਰਨਗੇ। ਅਤੇ ਤੁਹਾਨੂੰ ਦੱਸ ਦਈਏ, ਉਸ ਕਾਰਪੋਰੇਟ ਅਦਾਰੇ ਦੇ ਹਿਮਾਚਲ ਪ੍ਰਦੇਸ਼ 'ਚ ਮੁੱਖ ਤੌਰ 'ਤੇ 3 ਵੱਡੇ ਕੋਲਡ ਸਟੋਰ ਨੇ, ਜਿਸ ਦਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦੀ ਤਿਆਰੀ ਕਰ ਲਈ ਗਈ ਹੈ। ਅਤੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਉਸ ਕਾਰਪੋਰੇਟ ਅਦਾਰੇ ਦਾ ਜਿਹੜਾ ਵਿਰੋਧ ਕਰਨ ਜਾ ਰਹੀਆਂ ਨੇ। ਅਤੇ ਕਿਸਾਨਾਂ ਦਾ ਕਹਿਣਾ ਹੈ ਵੀ ਕਿ ਉਸ ਕਾਰਪੋਰੇਟ ਅਦਾਰੇ ਵੱਲੋਂ ਜਿਹੜਾ ਹੈਗਾ ਕਿਸਾਨਾਂ ਦੇ ਸੇਬ ਨੂੰ ਜਿਹੜਾ ਹੈਗਾ ਬਹੁਤ ਸਸਤੀ ਕੀਮਤ 'ਤੇ, ਪਹਿਲਾਂ ਤਾਂ ਉਸ ਸੇਬ ਨੂੰ 3 ਕੈਟਾਗਰੀਆਂ ਦੇ ਵਿੱਚ, ਜਿਹੜਾ ਬਹੁਤ ਵਧੀਆ, ਮੱਧਮ ਵਰਗ ਅਤੇ ਜਿਹੜਾ ਇੱਕ ਘਟੀਆ ਕੁਆਲਿਟੀ ਦਾ ਸੇਬ ਹੈ, ਇਹ 3 ਕਿਸਮ ਦੇ ਵਿੱਚ ਵੰਡ ਕੇ ਜਿਹੜਾ ਹੈਗਾ ਸਭ ਤੋਂ ਵਧੀਆ ਕੁਆਲਿਟੀ ਦਾ ਸੇਬ ਸੀਜ਼ਨ ਦੇ ਵਿੱਚ ਬਹੁਤ ਹੀ ਸਸਤੇ ਭਾਅ 'ਤੇ ਖਰੀਦ ਰਹੇ ਸੀਗੇ ਉਹ ਕਾਰਪੋਰੇਟ ਘਰਾਣੇ। ਅਤੇ ਉਸ ਨੂੰ ਕੁਝ ਸਮਾਂ ਕੋਲਡ ਸਟੋਰ ਦੇ ਵਿੱਚ ਸਟੋਰੇਜ ਤੋਂ ਬਾਅਦ ਜਿਹੜਾ ਆਫ ਸੀਜ਼ਨ ਆਉਂਦਾ ਸੀਗਾ, ਅਤੇ ਆਫ ਸੀਜ਼ਨ ਦੇ ਵਿੱਚ ਉਸੀ ਦੀ ਕੀਮਤ ਜਿਹੜੀ ਹੈ ਚੌਗਣੇ ਭਾਅ 'ਤੇ ਉਹ ਬਾਜ਼ਾਰਾਂ ਦੇ ਵਿੱਚ ਸੇਬ ਵੇਚ ਰਹੇ ਸੀ। ਜਿਵੇਂ ਕਿ ਆਪਣੇ ਸਭ ਦੇ ਧਿਆਨ ਦੇ ਵਿੱਚ ਹੀ ਹੈ, ਮੌਜੂਦਾ ਸਮੇਂ ਦੇ ਵਿੱਚ ਬਾਜ਼ਾਰ ਦੇ ਵਿੱਚ ਸੇਬ ਦੀ ਕੀਮਤ ਜਿਹੜੀ ਹੈ 200 ਤੋਂ 250 ਰੁਪਏ ਕਿੱਲੋ, 300 ਰੁਪਏ ਕਿੱਲੋ ਤੱਕ ਵੀ ਜਿਹੜਾ ਹੈਗਾ ਸੇਬ ਇਸ ਸਮੇਂ ਬਾਜ਼ਾਰ ਦੇ ਵਿੱਚੋਂ ਸਾਨੂੰ ਖਰੀਦਣਾ ਪੈ ਰਿਹਾ। ਜਦੋਂ ਕਿ ਕਿਸਾਨਾਂ ਨੂੰ, ਸੇਬ ਉਤਪਾਦਕਾਂ ਨੂੰ, ਕਿ ਸੇਬ ਦੀ ਜਿਹੜੀ ਅਦਾਇਗੀ ਹੈ ਉਹ 60 ਰੁਪਏ, 70 ਰੁਪਏ, ਵੱਧ ਤੋਂ ਵੱਧ 80 ਰੁਪਏ ਕਿੱਲੋ ਤੱਕ ਦੀ ਕੀਤੀ ਜਾ ਰਹੀ ਹੈ। ਅਤੇ ਦੇਖਣਾ ਇਹੀ ਹੋਵੇਗਾ ਵੀ ਕਿ ਕਿੱਥੇ 60, 70, 80 ਰੁਪਏ ਕਿੱਲੋ ਸੇਬ ਖਰੀਦ ਕੇ ਅੱਗੇ ਉਸ ਨੂੰ 250 ਤੋਂ 300 ਰੁਪਏ ਕਿੱਲੋ ਇਹ ਕਾਰਪੋਰੇਟ ਅਦਾਰੇ ਜਿਹੜੇ ਨੇ ਉਹ ਵੇਚਣ ਦਾ ਕਾਰੋਬਾਰ ਕਰ ਰਹੇ ਨੇ। ਇਸ ਨਾਲ ਮੁੱਖ ਤੌਰ 'ਤੇ ਦੇਖੀਏ ਤਾਂ 2 ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਅਤੇ ਇੱਕ ਤਾਂ ਇਹੀ ਹੈ ਵੀ ਕਿ ਸੇਬ ਜੋ ਕਿ ਬੜੀ ਘੱਟ ਕੀਮਤ 'ਤੇ ਹਿਮਾਚਲ ਪ੍ਰਦੇਸ਼ ਤੋਂ ਚੱਲਦਾ ਹੈ, ਅਤੇ ਆਮ ਲੋਕਾਂ ਤੱਕ ਜਿਹੜਾ ਹੈਗਾ ਜੋ ਭਾਅ 'ਤੇ ਪਹੁੰਚਣਾ ਚਾਹੀਦਾ ਉਹ ਭਾਅ 'ਤੇ ਨਹੀਂ ਪਹੁੰਚ ਪਾਉਂਦਾ, ਉਹ ਬਹੁਤ ਹੀ ਮਹਿੰਗੇ ਭਾਅ 'ਤੇ ਜਿਹੜਾ ਹੈਗਾ ਆਮ ਲੋਕਾਂ ਨੂੰ ਮਿਲਦਾ ਹੈ। ਇਸ ਨਾਲ ਜਿੱਥੇ ਆਮ ਲੋਕਾਂ ਦੀ ਜੇਬ 'ਤੇ ਇੱਕ ਵੱਡਾ ਬੋਝ ਪੈਂਦਾ ਹੈ, ਉੱਥੇ ਹੀ ਜਿਹੜਾ ਕਿਸਾਨਾਂ ਨੂੰ ਮਿਲਣ ਵਾਲਾ ਮੁਨਾਫਾ ਹੈ ਉਹ ਵੀ ਨਹੀਂ ਮਿਲ ਪਾਉਂਦਾ। ਇਸ ਦੇ ਨਾਲ ਦੂਜੀ ਗੱਲ ਕਰੀਏ ਤਾਂ ਦੂਜੀ ਗੱਲ ਇਹ ਵੀ ਹੈ ਵੀ ਕਿ ਜੇਕਰ ਦੇਖੀਏ ਤਾਂ ਸੇਬ ਦੀ ਬਹੁਤ ਹੀ ਜਿਹੜਾ ਹੈਗਾ ਫਾਇਦੇਮੰਦ ਇੱਕ ਸੇਬ ਜਿਹੜਾ ਹੈਗਾ ਫਲ ਹੈਗਾ ਕਿਹਾ ਜਾਂਦਾ, ਕਿਉਂਕਿ ਇਸ ਤੋਂ ਕਈ ਤਰ੍ਹਾਂ ਦੇ ਜਿਹੜਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਹੋਰ ਕਈ ਤਰ੍ਹਾਂ ਦੇ ਜਿਹੜਾ ਹੈਗਾ ਲਾਭ ਜਿਹੜੇ ਨੇ ਸਰੀਰ ਨੂੰ ਮਿਲਦੇ ਨੇ। ਜੇਕਰ ਲੋਕਾਂ ਤੱਕ ਸਹੀ ਕੀਮਤ ਦੇ ਵਿੱਚ ਸੇਬ ਨਹੀਂ ਪਹੁੰਚੇਗਾ ਤਾਂ ਹਰ ਬੰਦਾ, ਆਮ ਘਰ ਦਾ ਜਿਹੜਾ ਆਮ ਲੋਕ ਵੀ ਨੇ, ਉਹ ਸੇਬ ਦੀ ਜਿਹੜਾ ਹੈਗਾ ਵਰਤੋਂ ਘੱਟ ਕਰ ਸਕਣਗੇ। ਅਤੇ ਉਸ ਦੇ ਨਾਲ ਜਿਹੜਾ ਹੈਗਾ ਆਮ ਵਿਅਕਤੀ ਦਾ ਜਿਹੜਾ ਹੈਗਾ ਸਰੀਰ 'ਤੇ ਕਹਿ ਲਈਏ ਤੰਦਰੁਸਤੀ ਦੇ ਤੌਰ 'ਤੇ ਜਿਹੜੇ ਸੇਬ ਤੋਂ ਉਸ ਨੂੰ ਮਿਲਣ ਵਾਲੇ ਲਾਭ ਨੇ, ਮਿਲਣ ਵਾਲੇ ਤੱਤ ਨੇ, ਉਹ ਨਹੀਂ ਮਿਲ ਪਾਉਣਗੇ। ਇਸ ਕਰਕੇ ਇਸ ਨਾਲ ਜਿਹੜਾ ਹੈਗਾ 2 ਵੱਡੇ ਜਿਹੜੇ ਨੇ ਆਮ ਲੋਕਾਂ ਨੂੰ ਨੁਕਸਾਨ ਝੱਲਣੇ ਪੈਂਦੇ ਨੇ। ਇੱਕ ਤਾਂ ਉਹਨਾਂ ਦੀ ਜੇਬ 'ਤੇ ਵੀ ਬੋਝ ਪੈ ਰਿਹਾ, ਅਤੇ ਉਸ ਦੇ ਦੂਜੇ ਨਾਲ ਹੀ ਜਿਹੜਾ ਹੈਗਾ ਉਹਨਾਂ ਦੀ ਸਿਹਤ 'ਤੇ ਵੀ ਇੱਕ ਵੱਡਾ ਅਸਰ ਜਿਹੜਾ ਹੈਗਾ ਇਸ ਦਾ
ਦੇਖਣ ਨੂੰ ਮਿਲ ਰਿਹਾ। ਤੇ ਕਾਰਪੋਰੇਟ ਘਰਾਣਿਆਂ ਵੱਲੋਂ ਜਿਹੜਾ ਹੈਗਾ ਪਹਿਲਾਂ ਜਦੋਂ ਵੀ ਉਹ ਇਸ ਮਾਰਕੀਟ ਦੇ ਵਿੱਚ ਆਏ ਤਾਂ ਉਹਨਾਂ ਵੱਲੋਂ ਕਿਸਾਨਾਂ ਨੂੰ ਇਹੀ ਇੱਕ ਭਰੋਸਾ ਦਵਾਇਆ ਗਿਆ ਵੀ ਕਿ ਉਹ ਕਿਸਾਨਾਂ ਲਈ ਜਿਹੜਾ ਹੈਗਾ ਉਹਨਾਂ ਦੇ ਫਾਇਦੇ ਲਈ ਜਿਹੜਾ ਹੈਗਾ ਇਸ ਕਾਰੋਬਾਰ ਦੇ ਵਿੱਚ ਆ ਰਹੇ ਨੇ, ਇਸ ਨਾਲ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਏਗਾ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹੜਾ ਹੈਗਾ ਉਹਨਾਂ ਨੇ ਕਿਸਾਨਾਂ ਨੂੰ ਲਾਲਚ ਦਿੱਤੇ। ਆਖਿਰਕਾਰ ਹੋਇਆ ਕਿ ਉਸ ਦਾ ਬਿਲਕੁਲ ਉਲਟ। ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਹੈਗਾ ਸੇਬ ਦੇ ਉਤਪਾਦਕ ਜਿੰਨੇ ਵੀ ਕਿਸਾਨ ਨੇ ਉਹਨਾਂ ਦੀ ਆਮਦਨ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ, ਪਰ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਆਮਦਨ ਜਿਹੜੀ ਹੈ ਚੌਗਣੀ ਹੋ ਚੁੱਕੀ ਹੈ ਸੇਬ ਦੇ ਕਾਰੋਬਾਰ ਦੇ ਵਿੱਚ ਹੀ। ਅਤੇ ਲੰਘੇ ਵਰੇ ਦੀ ਗੱਲ ਕਰੀਏ ਤਾਂ ਲੰਘੇ ਵਰੇ ਹਿਮਾਚਲ ਪ੍ਰਦੇਸ਼ 'ਚ 5500 ਕਰੋੜ ਰੁਪਏ ਦਾ ਜਿਹੜਾ ਹੈਗਾ ਸੇਬ ਦਾ ਕਾਰੋਬਾਰ ਹੋਇਆ। ਅਤੇ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਕਿ ਕਿਸਾਨਾਂ ਨੂੰ ਕਿੰਨਾ ਕੁ ਉਸਦਾ ਮੁਨਾਫਾ ਜਾਂ ਕਿੰਨਾ ਕੁ ਇੰਨੀ ਮਿਹਨਤ ਕਰਨ ਤੋਂ ਬਾਅਦ ਉਹਨਾਂ ਦੇ ਪੱਲੇ ਕੀ ਪਿਆ ਹੋਏਗਾ। ਅਤੇ ਦੂਜੇ ਪਾਸੇ ਕਾਰਪੋਰੇਟ ਘਰਾਣੇ ਜਿਨ੍ਹਾਂ ਨੇ ਕੁਝ ਸਮਾਂ ਇਸ ਸੇਬ ਨੂੰ ਕੋਲਡ ਸਟੋਰ ਦੇ ਵਿੱਚ ਸਟੋਰੇਜ ਕੀਤਾ ਅਤੇ ਉਹਨਾਂ ਨੇ ਕੀ ਮੁਨਾਫਾ ਕਮਾਇਆ, ਇਹ ਆਪਣੇ ਸਾਹਮਣੇ ਆਉਂਦਾ। ਅਤੇ ਇਸ ਦੇ ਨਾਲ ਹੀ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਸੇਬ ਦੀ ਖੇਤੀ ਦੇ ਵਿੱਚ ਕੀਟਨਾਸ਼ਕ ਹੋ ਗਏ, ਟਰਾਂਸਪੋਰਟੇਸ਼ਨ ਦਾ ਖਰਚਾ ਹੋ ਗਿਆ, ਉਹਦੀ ਪੈਕਿੰਗ ਦਾ ਖਰਚਾ ਹੋ ਗਿਆ, ਹੋਰ ਕਈ ਤਰ੍ਹਾਂ ਦੇ ਜਿਹੜਾ ਇਸ ਤਰ੍ਹਾਂ ਦੇ ਖਰਚੇ ਹੈ ਉਹ ਵੀ ਕਿਸਾਨਾਂ ਦੇ ਹਰ ਸਾਲ ਲਗਾਤਾਰ ਵੱਧਦੇ ਜਾ ਰਹੇ ਨੇ। ਪਰ ਜਿਹੜਾ ਇਸ ਸਮੇਂ ਉਹਨਾਂ ਨੂੰ ਉਹ ਖਰਚੇ ਵੀ ਜਿਹੜੇ ਨੇ ਪੂਰੇ ਸਹੀ ਢੰਗ ਨਾਲ ਨਹੀਂ ਮਿਲ ਰਹੇ ਅਤੇ ਕਿਸਾਨਾਂ ਨੂੰ ਜਿਹੜਾ ਹੈਗਾ ਉਸ ਦਾ ਵੀ ਨੁਕਸਾਨ ਝੱਲਣਾ ਪੈ ਰਿਹਾ। ਉਸ ਦੇ ਨਾਲ ਹੀ ਗੱਲ ਕਰੀਏ ਤਾਂ ਹਿਮਾਚਲ 'ਚ ਕਿਸ ਸਮੇਂ ਜਿਹੜਾ ਹੈਗਾ ਕਿਸੇ ਵੀ ਸਮੇਂ ਗੜੇਮਾਰੀ ਹੋ ਜਾਂਦੀ ਹੈ, ਉਸ ਕਰਕੇ ਵੀ ਸੇਬ ਦੀ ਫਸਲ ਦਾ ਕਾਫੀ ਨੁਕਸਾਨ ਹੁੰਦਾ। ਅਤੇ ਇਸ ਵਾਰ ਵੀ ਦੇਖੀਏ ਤਾਂ ਕਾਫੀ ਥਾਵਾਂ 'ਤੇ ਜਿਹੜਾ ਹੈਗਾ ਗੜੇਮਾਰੀ ਹੋਈ ਹੈ, ਜਿਸ ਕਰਕੇ ਕਿਸਾਨਾਂ ਦੀ ਕਾਫੀ ਫਸਲ ਜਿਹੜੀ ਹੈ ਉਹ ਦਾਗੀ ਗਈ ਹੈ ਅਤੇ ਜਿਹੜੇ ਸੇਬ ਦੀ ਫਸਲ ਖਰਾਬ ਹੋ ਚੁੱਕੀ ਹੈ। ਉਸ ਕਰਕੇ ਵੀ ਕਿਸਾਨਾਂ ਦੀ ਇੱਕ ਤਰ੍ਹਾਂ ਦੇ ਕਾਫੀ ਆਰਥਿਕ ਤੌਰ 'ਤੇ ਨੁਕਸਾਨ ਝੱਲਣਾ ਪਿਆ। ਦੋਸਤੋ ਇਸ ਤੋਂ ਪਤਾ ਲੱਗਦਾ ਵੀ ਕਿ ਕਾਰਪੋਰੇਟ ਘਰਾਣੇ ਆਉਂਦੇ ਤਾਂ ਬੜੇ ਵੱਡੇ ਵੱਡੇ ਲਾਲਚ ਦੇ ਕੇ ਨੇ, ਲੋਕਾਂ ਨੂੰ ਬਹੁਤ ਲਾਲਚ ਦੀਆਂ ਗੱਲਾਂ ਕਰਦੇ ਨੇ ਵੀ ਕਿ ਉਹਨਾਂ ਦੇ ਆਉਣ ਨਾਲ ਹਰ ਵਿਅਕਤੀ ਦੀ ਆਮਦਨ ਵਧੇਗੀ, ਹੋਰ ਕਈ ਤਰ੍ਹਾਂ ਦੇ ਲਾਭ ਜਿਹੜੇ ਨੇ ਮਿਲਣਗੇ। ਪਰ ਗੱਲ ਕਰੀਏ ਤਾਂ ਕਾਰਪੋਰੇਟ ਘਰਾਣਿਆਂ ਦੇ ਆਉਣ ਨਾਲ ਕਿਸੇ ਦੀ ਆਮਦਨ ਨਹੀਂ ਵੱਧ ਰਹੀ ਬਲਕਿ ਸਭ ਦੀ ਆਮਦਨ ਘੱਟ ਰਹੀ ਹੈ। ਇਸੇ ਤਰ੍ਹਾਂ ਦਾ ਵਿਰੋਧ ਜਿਹੜਾ ਪਹਿਲਾਂ 3 ਖੇਤੀ ਕਾਨੂੰਨਾਂ ਸਮੇਂ ਵੀ ਦੇਖਣ ਨੂੰ ਮਿਲਿਆ ਕਿ ਜਦੋਂ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਬਣਾਏ ਗਏ ਤਾਂ ਸਰਕਾਰ ਦਾ ਦਾਅਵਾ ਸੀ ਵੀ ਕਿ ਇਹ ਤਿੰਨੋਂ ਖੇਤੀ ਕਾਨੂੰਨ ਕਿਸਾਨਾਂ ਲਈ ਲਾਹੇਵੰਦ ਹੋਣਗੇ, ਆਮ ਲੋਕਾਂ ਲਈ ਲਾਹੇਵੰਦ ਹੋਣਗੇ। ਪਰ ਜਦੋਂ ਕਿਸਾਨਾਂ ਵੱਲੋਂ ਇਸ ਦਾ ਰੋਸ ਵਿਰੋਧ ਕੀਤਾ ਗਿਆ, ਰੋਸ ਪ੍ਰਦਰਸ਼ਨ ਕੀਤੇ ਗਏ ਇਸ ਦੇ ਖਿਲਾਫ, ਤਾਂ ਅਸਲ ਸੱਚਾਈ ਇਹੀ ਨਿਕਲ ਕੇ ਆਈ ਵੀ ਕਿ ਜੇਕਰ ਇਹ ਤਿੰਨੋਂ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਨੇ ਤਾਂ ਕਾਰਪੋਰੇਟ ਸੈਕਟਰ ਜਿਹੜਾ ਉਹ ਸਿੱਧੇ ਤੌਰ 'ਤੇ ਖੇਤੀਬਾੜੀ ਦੇ ਵਿੱਚ ਐਂਟਰ ਹੋ ਜਾਵੇਗਾ, ਜਿਸ ਦਾ ਕਿਸਾਨਾਂ ਨੂੰ ਫਾਇਦਾ ਨਹੀਂ ਬਲਕਿ ਨੁਕਸਾਨ ਹੋਵੇਗਾ। ਹੋਰ ਕਈ ਤਰ੍ਹਾਂ ਦੀ ਜਿਹੜਾ ਕਿਸਾਨਾਂ ਦੀ ਆਉਣ ਵਾਲੇ ਸਮੇਂ 'ਚ ਦਿੱਕਤਾਂ ਵੱਧ ਜਾਣਗੀਆਂ। ਅਤੇ ਉਸੇ ਨੂੰ ਦੇਖਦੇ ਆ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਸੰਘਰਸ਼ ਵਿੱਢਿਆ ਗਿਆ। ਇਹ ਸੰਘਰਸ਼ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼ ਤੋਂ ਹੁੰਦਾ ਹੋਇਆ ਜਿਹੜਾ ਹੈਗਾ ਦੇਸ਼ ਭਰ ਦੇ ਵਿੱਚ ਚੱਲਿਆ ਅਤੇ ਆਖਿਰਕਾਰ ਕਿਸਾਨਾਂ ਵੱਲੋਂ ਜਿਹੜਾ ਹੈਗਾ ਦਿੱਲੀ ਦੀਆਂ ਬਰੂਹਾਂ 'ਤੇ, ਦੇਸ਼ ਦੀ ਰਾਜਧਾਨੀ 'ਤੇ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦੀ ਬਰੂਹਾਂ 'ਤੇ ਜਿਹੜਾ ਹੈਗਾ 1 ਸਾਲ ਦੇ ਕਰੀਬ ਲੰਬਾ ਸਮਾਂ ਸੰਘਰਸ਼ ਚਲਾਇਆ, ਉੱਥੇ ਪੱਕਾ ਮੋਰਚਾ ਲਾਇਆ ਅਤੇ ਆਖਿਰਕਾਰ ਕੇਂਦਰ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ, ਕਿਸਾਨਾਂ ਦੀ ਮੰਗਾਂ ਮੰਨਣੀਆਂ ਪਈਆਂ ਅਤੇ ਉਹਨਾਂ ਨੂੰ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਰੱਦ ਕਰਨੇ ਪਏ, ਵਾਪਸ ਲੈਣੇ ਪਏ। ਅਤੇ ਇਸ ਤੋਂ ਇਲਾਵਾ ਜਿਹੜੀ ਕਿਸਾਨਾਂ ਦੀ ਮੰਗਾਂ ਸੀਗੀਆਂ MSP ਅਤੇ ਕਾਨੂੰਨੀ ਗਰੰਟੀ ਦੀ ਲਈ ਜਿਹੜਾ ਹੈਗਾ ਅੱਗੇ ਕਮੇਟੀ ਬਣਾਉਣਾ ਜਾਂ ਤਿਆਰੀ ਕਰਨਾ, ਹੋਰ ਕਈ ਮੰਗਾਂ ਸੀ ਉਹ ਵੀ ਸਰਕਾਰ ਨੇ ਮੰਨੀਆਂ। ਪਰ ਇਸ 'ਚ ਵੱਡੀ ਗੱਲ ਇਹ ਨਿਕਲ ਕੇ ਆਉਂਦੀ ਹੈ ਵੀ ਕਿ ਕਿਸਾਨਾਂ ਨੇ ਉਸ ਸਮੇਂ ਵੀ ਇੱਕ ਲੰਬੀ ਲੜਾਈ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜੀ ਸੀ ਅਤੇ ਹੁਣ ਵੀ ਜਿਹੜਾ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੇ ਜਿੰਨੇ ਵੀ ਸੇਬ ਉਤਪਾਦਕ ਨੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਲੜਾਈ ਲੜ ਰਹੇ ਨੇ, ਇੱਕ ਸੰਘਰਸ਼ ਕਰ ਰਹੇ ਨੇ। ਹੁਣ ਦੇਖਣਾ ਇਹੀ ਹੋਵੇਗਾ ਵੀ ਕਿ ਦਿੱਲੀ ਦੀ ਬਰੂਹਾਂ 'ਤੇ ਸੰਘਰਸ਼ ਸ਼ੁਰੂ ਹੋਇਆ ਸੀ ਉਹ ਤਾਂ ਕਿਸਾਨ ਜਿੱਤ ਕੇ ਮੁੜੇ ਸੀਗੇ। ਹੁਣ ਹਿਮਾਚਲ 'ਚ ਜਿਹੜਾ ਸੰਘਰਸ਼ ਸ਼ੁਰੂ ਹੋ ਚੁੱਕਿਆ ਅਤੇ ਆਉਣ ਵਾਲੇ ਦਿਨਾਂ 'ਚ ਹੋਰ ਇਹ ਸੰਘਰਸ਼ ਜਿਹੜਾ ਭਖ ਸਕਦਾ ਹੈ, ਤੇਜ਼ ਹੋ ਸਕਦਾ ਵੀ ਕਿ ਹੁਣ ਦੇਖਣਾ ਇਹੀ ਹੋਵੇਗਾ ਵੀ ਕਿ ਉੱਥੇ ਸਰਕਾਰ ਕੀ ਫੈਸਲਾ ਲੈਂਦੀ ਹੈ। ਪਰ ਲੋੜ ਇਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਦਸੰਬਰ ਦੇ ਵਿੱਚ ਜਿਹੜਾ ਹੈਗਾ 4 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਵੀ ਹੋਣ ਜਾ ਰਹੀਆਂ ਨੇ। ਇਸ ਲਈ ਜਿਹੜੀ ਸੱਤਾਧਾਰੀ ਧਿਰ ਹੈ ਉਸ ਲਈ ਵੀ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਬਣ ਚੁੱਕੇ ਨੇ, ਕਈ ਤਰ੍ਹਾਂ ਦੀ ਦਿੱਕਤਾਂ ਸੋਚਣ ਲਈ ਜਿਹੜਾ ਹੈਗਾ ਸਰਕਾਰ ਮਜਬੂਰ ਹੋਈ ਹੈ। ਪਰ ਚਾਹੇ ਉਹ ਸਾਡੀ ਸੂਬਾ ਸਰਕਾਰ ਹੋਵੇ ਹਿਮਾਚਲ ਪ੍ਰਦੇਸ਼ ਦੀ, ਚਾਹੇ ਕੇਂਦਰ 'ਚ ਬੈਠੀ ਸਰਕਾਰ ਹੋਵੇ, ਸਭ ਨੂੰ ਚਾਹੀਦਾ ਇਹੀ ਹੈ ਵੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਿਹੜਾ ਹੈਗਾ ਬੈਠ ਕੇ ਸੁਣਿਆ ਜਾਵੇ, ਉਹਨਾਂ 'ਤੇ ਵਿਚਾਰ ਚਰਚਾ ਕੀਤੀ ਜਾਵੇ ਅਤੇ ਜਿਹੜਾ ਇਹ ਸੇਬ ਦੇ ਕਾਰੋਬਾਰ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਦਖਲ ਹੈ, ਇਸ ਨੂੰ ਦਖਲ ਨੂੰ ਜਿਹੜਾ ਹੈਗਾ ਬਾਹਰ ਕੀਤਾ ਜਾਵੇ, ਘਟਾਇਆ ਜਾਵੇ, ਤਾਂ ਜੋ ਕਿਸਾਨ ਜਿਹੜੇ ਨੇ ਇੰਨੀ ਮਿਹਨਤ ਨਾਲ
ਇੱਕ ਸੇਬ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਉਸ ਦਾ ਅਸਲ ਮੁਨਾਫਾ ਮਿਲ ਸਕੇ, ਅਸਲ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਉਹਨਾਂ ਨੂੰ ਮਿਲ ਸਕੇ। ਪਰ ਦੇਖਣਾ ਇਹੀ ਹੋਵੇਗਾ ਸਰਕਾਰ ਕੀ ਫੈਸਲਾ ਲੈਂਦੀ ਹੈ, ਜਾਂ ਇੱਕ ਵਾਰ ਫਿਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਕੋਈ ਵੱਡਾ ਸੰਘਰਸ਼ ਸ਼ੁਰੂ ਹੋਏਗਾ, ਕੋਈ ਪੱਕਾ ਮੋਰਚਾ ਲੱਗੇਗਾ, ਜਾਂ ਕਿਸ ਤਰ੍ਹਾਂ ਦਾ ਉੱਥੇ ਦੇ ਕਿਸਾਨ ਸੰਘਰਸ਼ ਕਰਦੇ ਨੇ ਤਾਂ ਜੋ ਉਹਨਾਂ ਨੂੰ ਇਨਸਾਫ ਮਿਲ ਸਕੇ, ਉਹਨਾਂ ਦੇ ਹੱਕ ਮਿਲ ਸਕਣ। ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਸਮੇਂ-ਸਮੇਂ 'ਤੇ ਲੋਕਾਂ ਦੀਆਂ ਸਮੱਸਿਆਵਾਂ, ਲੋਕਾਂ ਦੀਆਂ ਦਿੱਕਤਾਂ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।